ਅਰਿਸਟੋਟਲ ਅਰਿਸਟੋਟਲ ਪ੍ਰਸਿੱਧ ਯੂਨਾਨੀ ਵਿਚਾਰਵਾਨ ਪਲੇਟੋ ਦਾ ਸ਼ਾਗਿਰਦ ਸੀ। ਇਹ 366 ਪੂਰਵੀ ਈਸਵੀ ਵਿੱਚ ਪਲੇਟੋ ਦੇ ਸਕੂਲ ਵਿੱਚ, ਜਿਸ ਦਾ ਨਾਂ ਅਕੈਡਮੀਆ ਸੀ, ਦਾਖਲ ਹੋਣ ਲਈ ਆਇਆ। ਇਹ ਉੱਤਰੀ ਯੂਨਾਨ ਦੇ ਜੰਗਲੀ ਇਲਾਕੇ ਮਕਦੂਨੀਆ ਦਾ ਰਹਿਣ ਵਾਲਾ ਸੀ, ਪਰ ਇਸ ਲੜਕੇ ਵਿੱਚ ਜੰਗਲੀਪਨ ਦਾ ਕੋਈ ਵੀ ਚਿੰਨ੍ਹ ਨਹੀਂ ਸੀ। ਸਗੋਂ ਉਹਦੀ ਸ਼ਕਲ ਸੂਰਤ ਦੱਸਦੀ ਸੀ ਕਿ ਉਹ ਅਸਧਾਰਨ ਸੂਝ ਸਿਆਣਪ ਦਾ ਮਾਲਕ ਹੈ ਅਤੇ ਉਹਦੀ ਪਾਲਣਾ ਵੱਲ ਉਹਦੇ ਮਾਤਾ ਪਿਤਾ ਵੱਲੋਂ ਉਚੇਚਾ ਧਿਆਨ ਦਿੱਤਾ ਗਿਆ ਹੈ। ਉਹਦਾ ਪਿਤਾ ਮਕਦੂਨੀਆ ਦੇ ਬਾਦਸ਼ਾਹ ਅਮਿਨਤਾਸ ਦਾ ਸ਼ਾਹੀ ਹਕੀਮ ਸੀ। ਅਮਿਨਤਾਸ ਸਿਕੰਦਰ ਆਜ਼ਮ ਦਾ ਚਾਚਾ ਸੀ। ਅਰਿਸਟੋਟਲ ਦਾ ਬਚਪਨ ਭਾਵੇਂ ਸੁਖਾਵੇਂ ਵਾਤਾਵਰਨ ਵਿੱਚ ਲੰਘਿਆ, ਪਰ ਜਿੱਥੋਂ ਤੱਕ ਸਿੱਖਿਆ ਦਾ ਸੰਬੰਧ ਹੈ, ਉਹਨੂੰ ਬਚਪਨ ਤੋਂ ਹੀ ਕਰੜੇ ਜ਼ਬਤੇ ਵਿੱਚੋਂ ਲੰਘਣਾ ਪਿਆ। ਇਹ ਸੁਭਾਅ ਦਾ ਬੜਾ ਨੇਕ, ਮਿੱਠ ਬੋਲੜਾ ਅਤੇ ਚਾਲ ਢਾਲ ਤੋਂ ਬੜਾ ਚੁਸਤ ਸੀ। ਇਹਨੂੰ ਸੁੰਦਰ ਸਜੀਲਾ ਲਿਬਾਸ ਪਾਉਣ ਦਾ ਬੜਾ ਚਾਅ ਸੀ। ਇਸ ਲਈ ਪਲੇਟੋ ਨੇ ਇਹਨੂੰ ਵੇਖ ਕੇ ਕਿਹਾ, ਗਿਆਨ ਦੇ ਖੋਜੀ ਨੂੰ ਕੱਪੜਿਆਂ ਵੱਲ ਇਤਨਾ ਧਿਆਨ ਦੇਣਾ ਸ਼ੋਭਦਾ ਨਹੀਂ। ਪਰ ਅਰਿਸਟੋਟਲ ਅਸਧਾਰਨ ਸਮਝ ਦਾ ਮਾਲਕ ਸੀ। ਗਿਆਨ ਦੇ ਹਰ ਖੇਤਰ, ਰਾਜਨੀਤੀ, ਸਾਹਿਤ, ਵਿਗਿਆਨ, ਗਣਿਤ, ਹਿਕਮਤ, ਮਨੋਵਿਗਿਆਨ, ਖਗੋਲ ਵਿਗਿਆਨ, ਇਤਿਹਾਸ ਆਦਿ ਵਿੱਚ ਉਹ ਹੱਦ ਤੋਂ ਜ਼ਿਆਦਾ ਦਿਲਚਸਪੀ ਰੱਖਦਾ ਸੀ। ਇੱਕ ਵਾਰ ਪਲੇਟੋ ਨੇ ਅਰਿਸਟੋਟਲ ਦੀ ਇਸ ਦਿਲਚਸਪੀ ਅਤੇ ਅਸਧਾਰਨ ਲਿਆਕਤ ਨੂੰ ਵੇਖ ਕੇ ਕਿਹਾ, ਮੇਰੀ ਅਕੈਡਮੀ ਦੇ 2 ਭਾਗ ਹਨ, ਇੱਕ ਸਰੀਰ ਅਤੇ ਦੂਜਾ ਦਿਮਾਗ। ਦਿਮਾਗ ਅਰਸਤੂ ਹੈ ਅਤੇ ਸਰੀਰ ਬਾਕੀ ਦੇ ਸਭ ਵਿਦਿਆਰਥੀ। ਪਲੇਟੋ ਇੱਕ ਮਹਾਨ ਅਧਿਆਪਕ ਸੀ ਅਤੇ ਅਰਿਸਟੋਟਲ ਇੱਕ ਰੋਸ਼ਨ ਦਿਮਾਗ ਵਿਦਿਆਰਥੀ। ਇਸ ਲਈ ਦੋਹਾਂ ਵਿੱਚ ਮਤਭੇਦ ਹੋਣਾ ਕੋਈ ਅਨੋਖੀ ਗੱਲ ਨਹੀਂ ਸੀ। ਇਹ ਆਮ ਮਸ਼ਹੂਰ ਹੈ ਕਿ ਇੱਕੋ ਦਿਮਾਗੀ ਪੱਧਰ ਦੇ 2 ਯੂਨਾਨੀ ਮਤਭੇਦ ਕਾਰਨ ਆਪਸ ਵਿੱਚ ਜ਼ਰੂਰ ਖਹਿਬੜਦੇ ਹਨ, ਭਾਵੇਂ ਦਿਲੋਂ ਉਹ ਦੋਵੇਂ ਇੱਕ ਦੂਜੇ ਦਾ ਸਤਿਕਾਰ ਕਰਦੇ ਸਨ, ਪਰ ਉਹਨਾਂ ਦੇ ਵਿਚਾਰਾਂ ਵਿੱਚ ਪਲ ਪਲ ਮਤਭੇਦ ਖੜਾ ਹੋ ਜਾਂਦਾ ਸੀ। ਇਸ ਲਈ ਦੂਜੇ ਇੱਕ ਨਾਲ ਉਹ ਲੜਦੇ ਰਹਿੰਦੇ ਸਨ। ਜਦ 347 ਪੂਰਵ ਈਸਵੀ ਵਿੱਚ ਪਲੇਟੋ ਚਲਾਣਾ ਕਰ ਗਿਆ ਤਾਂ ਅਰਿਸਟੋਟਲ ਦੀ ਉਮਰ 37 ਸਾਲ ਦੀ ਸੀ। ਉਸ ਨੂੰ ਆਸ ਸੀ ਕਿ ਪਲੇਟੋ ਦੀ ਅਕੈਡਮੀਆ ਦਾ ਮੁੱਖ ਅਧਿਆਪਕ ਉਹਨੂੰ ਹੀ ਥਾਪਿਆ ਜਾਏਗਾ, ਪਰ ਉਹਨੂੰ ਕੇਵਲ ਇਸ ਲਈ ਇਹ ਅਹੁਦਾ ਨਾ ਦਿੱਤਾ ਗਿਆ ਕਿ ਉਹ ਵਿਦੇਸ਼ੀ ਹੈ ਅਤੇ ਉਸ ਦੀ ਥਾਂ ਇੱਕ ਏਥਨਜ਼ ਦੇ ਰਹਿਣ ਵਾਲੇ ਨੂੰ ਚੁਣ ਲਿਆ ਗਿਆ। ਇਸ 'ਤੇ ਅਰਿਸਟੋਟਲ ਨੂੰ ਬੜੀ ਖਾਰ ਆਈ। ਇਹਨਾਂ ਦਿਨਾਂ ਵਿੱਚ ਹੀ ਉਹਨੂੰ ਆਪਣੇ ਇੱਕ ਪੁਰਾਣੇ ਜਮਾਤੀ ਅਤੇ ਮਿੱਤਰ ਹਰਮਿਆਸ ਨੇ, ਜੋ ਹੁਣ ਏਸ਼ੀਆ ਮਾਈਨਰ ਵਿੱਚ ਇੱਕ ਵਿਸ਼ਾਲ ਇਲਾਕੇ ਦਾ ਮਾਲਕ ਬਣ ਗਿਆ ਹੋਇਆ ਸੀ, ਆਪਣੇ ਪਾਸ ਬੁਲਾ ਭੇਜਿਆ। ਉਹਦਾ ਵਿਚਾਰ ਸੀ ਕਿ ਇਸ ਇਲਾਕੇ ਦਾ ਰਾਜ ਪ੍ਰਬੰਧ ਸੁਚੱਜੇ ਢੰਗ ਨਾਲ ਚਲਾਉਣ ਅਤੇ ਇਸ ਨੂੰ ਜਿੱਤਾਂ ਦੁਆਰਾ ਵਧਾਉਣ ਲਈ ਅਰਿਸਟੋਟਲ ਵਰਗਾ ਮਹਾਨ ਵਿਚਾਰਵਾਨ ਯੋਗ ਸਹਾਇਕ ਸਿੱਧ ਹੋਏਗਾ। ਅਰਿਸਟੋਟਲ ਉਹਦੀ ਬੇਨਤੀ ਮੰਨ ਕੇ ਉਸਦੇ ਪਾਸ ਚਲਾ ਗਿਆ, ਪਰ ਅਰਿਸਟੋਟਲ ਦੀ ਦਿਲਚਸਪੀ ਕੇਵਲ ਸੱਚਾਈ ਅਤੇ ਨਿਆਂ ਵਿੱਚ ਹੀ ਸੀ। ਇਸ ਲਈ ਉਹਨੇ ਆਪਣੇ ਮਿੱਤਰ ਨੂੰ ਲੁੱਟਮਾਰ ਅਤੇ ਆਕਰਮਣਕਾਰੀ ਰੁਚੀਆਂ ਵੱਲੋਂ ਰੋਕਣ ਦੀ ਅਸਫਲ ਕੋਸ਼ਿਸ਼ ਕੀਤੀ। ਉਹਨੇ ਹਰਮਿਆਸ ਦੀ ਲੜਕੀ ਪਿਥੀਅਸ ਨਾਲ ਵਿਆਹ ਕਰਵਾ ਲਿਆ, ਜਿਸ ਤੋਂ ਉਹਨੂੰ ਕਾਫੀ ਦੌਲਤ ਵੀ ਮਿਲੀ। ਉਹਨੇ ਉਹ ਪੈਸਾ ਦੂਰ ਦੂਰ ਦੇਸ਼ਾਂ ਦੇ ਸਮੁੰਦਰੀ ਤੱਟਾਂ ਤੋਂ ਸਿੱਪੀਆਂ ਅਤੇ ਘੋਗੇ ਆਦਿ ਇਕੱਠੇ ਕਰਨ ਲਈ ਵਰਤਿਆ, ਪਰ ਰਾਜ ਦਰਬਾਰ ਵਿੱਚ ਉਹ ਬਹੁਤ ਚਿਰ ਤੱਕ ਨਾ ਟਿਕ ਸਕਿਆ। ਅਰਿਸਟੋਟਲ ਦੀ ਨੇਕ ਸਲਾਹ ਦੇ ਵਿਰੁੱਧ ਹਰਮਿਆਸ ਨੇ ਈਰਾਨ ਦੇ ਸਮਰਾਟ ਦੇ ਬਹੁਤ ਸਾਰੇ ਸਰਹੱਦੀ ਇਲਾਕੇ 'ਤੇ ਜ਼ਬਰਦਸਤੀ ਕਬਜ਼ਾ ਕਰ ਲਿਆ। ਇਸ 'ਤੇ ਈਰਾਨ ਦੇ ਸਮਰਾਟ ਨੇ ਹਰਮਿਆਸ 'ਤੇ ਚੜ੍ਹਾਈ ਕਰ ਦਿੱਤੀ ਅਤੇ ਉਹਨੂੰ ਕਾਬੂ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਹੁਣ ਅਰਿਸਟੋਟਲ ਫਿਰ ਨਿਆਸਰਾ ਹੋ ਗਿਆ, ਪਰ ਭਾਗਾਂ ਨੂੰ ਸਿਕੰਦਰ ਆਜ਼ਮ ਦੇ ਪਿਤਾ ਫਿਲਿਪ ਨੇ ਉਹਨੂੰ ਆਪਣੇ ਲੜਕੇ ਦੀ ਸਿੱਖਿਆ ਲਈ ਆਪਣੇ ਪਾਸ ਬੁਲਾ ਲਿਆ। ਪਰ ਫਿਲਿਪ ਦੇ ਦਰਬਾਰ ਦਾ ਵਾਤਾਵਰਨ ਅਰਿਸਟੋਟਲ ਵਰਗੇ ਵਿਚਾਰਵਾਨ ਦੀ ਤਬੀਅਤ ਦੇ ਅਨੁਕੂਲ ਨਹੀਂ ਸੀ। ਫਿਲਿਪ ਸਿਆਣਾ ਤਾਂ ਸੀ, ਪਰ ਹੈ ਸੀ ਅਨਪੜ੍ਹ। ਉਹਦਾ ਸਾਰਾ ਦਰਬਾਰ ਹੀ ਜੰਗਲੀ ਜਾਨਵਰਾਂ ਦੇ ਅਖਾੜੇ ਦੇ ਨਿਆਈ ਸੀ, ਜੋ ਇੱਕ ਦੂਜੇ ਦੀ ਜਾਨ ਦੇ ਵੈਰੀ ਸਨ। ਸਿਕੰਦਰ ਵੀ ਸ਼ੇਰ ਦੇ ਬੱਚੇ ਵਾਂਗ ਛੇਤੀ ਕਾਬੂ ਆਉਣ ਵਾਲੀ ਬਲਾ ਨਹੀਂ ਸੀ। ਇੱਕ ਭਰੀ ਮਹਿਫਿਲ ਵਿੱਚ ਸਿਕੰਦਰ ਨੇ ਆਪਣੇ ਪਿਤਾ ਦੀ ਬੇਇੱਜ਼ਤੀ ਕੀਤੀ, ਇਸ ਲਈ ਉਹਨੇ ਸਿਕੰਦਰ 'ਤੇ ਤਲਵਾਰ ਦਾ ਵਾਰ ਕਰ ਦਿੱਤਾ। ਅੱਗੋਂ ਸਿਕੰਦਰ ਨੇ ਵੀ ਉਸ 'ਤੇ ਕਾਤਲਾਨਾ ਹਮਲਾ ਕੀਤਾ। ਭਾਗਾਂ ਨੂੰ ਦਰਬਾਰੀਆਂ ਨੇ ਵਿੱਚ ਪੈ ਕੇ ਉਹਨਾਂ ਨੂੰ ਨਿਖੇੜ ਦਿੱਤਾ। ਫਿਲਿਪ ਨੇ ਦੁਨੀਆ ਨੂੰ ਜਿੱਤਣ ਦੀ ਯੋਜਨਾ ਬਣਾਈ ਹੋਈ ਸੀ। ਪਹਿਲਾਂ ਤਾਂ ਉਹਨੇ ਕਦੀ ਨੀਤੀ ਵਰਤ ਕੇ ਅਤੇ ਕਦੀ ਤਾਕਤ ਵਰਤ ਕੇ ਸਾਰੇ ਯੂਨਾਨ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ। ਇਸ ਪਿੱਛੋਂ ਉਹ ਏਸ਼ੀਆ 'ਤੇ ਚੜ੍ਹਾਈ ਦੀ ਤਿਆਰੀ ਕਰ ਹੀ ਰਿਹਾ ਸੀ ਕਿ ਮੌਤ ਨੇ ਉਸ ਨੂੰ ਆ ਦਬੋਚਿਆ। ਇਸ ਲਈ ਏਸ਼ੀਆ ਨੂੰ ਜਿੱਤਣ ਦਾ ਕੰਮ ਸਿਕੰਦਰ ਨੇ ਆਪਣੇ ਜ਼ਿੰਮੇ ਲੈ ਲਿਆ। ਆਪਣੀ ਮਨਮਾਨੀਆਂ ਨੂੰ ਲਗਾਮ ਦੇਣ ਲਈ ਉਹ ਵਿਚਾਰਵਾਨ ਕੈਲਿਸਥੇਨਜ਼ ਨੂੰ, ਜੋ ਅਰਿਸਟੋਟਲ ਦਾ ਭਤੀਜਾ ਸੀ, ਆਪਣੇ ਨਾਲ ਲੈ ਲਿਆ। ਪਰ ਸਿਕੰਦਰ ਨੂੰ ਕਾਬੂ ਰੱਖਣ ਦੀ ਥਾਂ ਉਹ ਸਿਕੰਦਰ ਦੇ ਕ੍ਰੋਧ ਦਾ ਸ਼ਿਕਾਰ ਹੋ ਗਿਆ ਅਤੇ ਆਪਣੀ ਜਾਨ ਵੀ ਗੁਆ ਬੈਠਾ। ਸਿਕੰਦਰ ਦਾ ਇਹ ਹਾਲ ਵੇਖ ਕੇ ਅਰਿਸਟੋਟਲ ਉਦਾਸ ਚਿੱਤ ਵਾਪਸ ਏਥਨਜ਼ ਆ ਗਿਆ। ਫਿਲਿਪ ਨੇ ਉਹਨੂੰ ਆਪਣੇ ਖਜ਼ਾਨੇ ਵਿੱਚੋਂ 2.5 ਕਰੋੜ ਰੁਪਏ ਦੀ ਰਕਮ ਵਿਗਿਆਨ ਦੀ ਖੋਜ ਲਈ ਦਿੱਤੀ ਹੋਈ ਸੀ। ਇਸ ਦੀ ਸਹਾਇਤਾ ਨਾਲ 1000 ਬੰਦਿਆਂ ਨੂੰ ਇਕੱਠਿਆਂ ਕਰਕੇ ਉਹਨੇ ਦੁਨੀਆ ਦੇ ਕੋਨੇ-ਕੋਨੇ ਵਿੱਚ ਭੇਜ ਦਿੱਤਾ, ਤਾਂ ਜੋ ਵਿਗਿਆਨ ਅਤੇ ਵਿਚਾਰ ਦੇ ਵਿਕਾਸ ਲਈ ਵੱਖ-ਵੱਖ ਵਿਸ਼ਿਆਂ 'ਤੇ ਖੋਜਾਂ ਕਰਨ। ਨਾਲ ਹੀ ਉਸਨੇ ਪਲੇਟੋ ਵਾਂਗ ਆਪਣਾ ਇੱਕ ਸਕੂਲ ਖੋਲ੍ਹਿਆ, ਜਿਸ ਵਿੱਚ ਉਹਨੇ ਲਿਸੀਅਮ ਰੱਖਿਆ। ਇਸ ਵਿੱਚ ਉਹ ਸਵੇਰ ਵੇਲੇ ਆਪਣੇ ਵਿਦਿਆਰਥੀਆਂ ਨੂੰ
ਤਕਨੀਕੀ ਵਿਗਿਆਨ ਸਿਖਾਉਂਦਾ ਸੀ ਤੇ ਸ਼ਾਮ ਨੂੰ ਪਬਲਿਕ ਵਿੱਚ ਫਿਲਾਸਫੀ ਤੇ ਭਾਸ਼ਣ ਦਿੰਦਾ ਸੀ। ਹੁਣ ਉਹਦੀ ਉਮਰ 50 ਸਾਲ ਦੇ ਲਗਭਗ ਸੀ। ਉਹ ਸਿਰੋਂ ਗੰਜਾ ਤੇ ਪੇਟ ਤੋਂ ਕੁਝ ਮੋਟਾ ਹੋ ਗਿਆ ਸੀ। ਉਹ ਸੁਭਾਅ ਦਾ ਵੀ ਕੁਝ ਕਾਹਲਾ ਸੀ ਤੇ ਇੱਕ ਥਾਂ ਟਿਕ ਕੇ ਨਹੀਂ ਸੀ ਬੈਠ ਸਕਦਾ। ਇਸ ਲਈ ਉਹ ਅਕੈਡਮੀ ਦੀ ਇਮਾਰਤ ਵਿੱਚ ਇੱਧਰ ਉੱਧਰ ਟਹਿਲਦਾ ਹੋਇਆ ਵਿਖਿਆਨ ਕਰਦਾ ਜਾਂ ਸੁਣਨ ਵਾਲਿਆਂ ਦੇ ਪ੍ਰਸ਼ਨਾਂ ਦਾ ਉੱਤਰ ਦਿੰਦਾ ਸੀ। ਉਹਦੇ ਵਿਦਿਆਰਥੀ ਵੀ ਉਹਦੇ ਮਗਰ ਮਗਰ ਟਹਿਲਦੇ ਰਹਿੰਦੇ ਸਨ। ਇਸ ਲਈ ਉਹਦੀ ਅਕੈਡਮੀ ਦਾ ਨਾਂ ਹੀ ਟਹਿਲ ਰਹੇ ਫਿਲਾਸਫਰਾਂ ਦਾ ਸਕੂਲ ਪੈ ਗਿਆ ਸੀ। ਉਹ ਆਪਣੀ ਸਿੱਖਿਆ ਵਿੱਚ 3 ਵਿਸ਼ਿਆਂ 'ਤੇ ਜ਼ੋਰ ਦਿੰਦਾ ਸੀ। ਇਹ ਸਨ ਪਰਮਾਤਮਾ, ਰਾਜ ਤੇ ਮਨੁੱਖ। ਉਹਦੇ ਵਿਚਾਰਾਂ ਦੇ ਅਨੁਸਾਰ ਪਰਮਾਤਮਾ ਸ੍ਰਿਸ਼ਟੀ ਨੂੰ ਸਾਜਣ ਵਾਲਾ ਨਹੀਂ, ਬਲਕਿ ਉਹਨੂੰ ਹਰਕਤ ਵਿੱਚ ਲਿਆਉਣ ਵਾਲਾ ਹੈ। ਰਚਨਾ ਕਰਨ ਵਾਲਾ ਕਲਾਕਾਰ ਹੁੰਦਾ ਹੈ ਤੇ ਕਲਾਕਾਰ ਸਾਹਮਣੇ ਮਨ ਦੇ ਸੁਪਨੇ ਹੁੰਦੇ ਹਨ ਤੇ ਸੁਪਨੇ ਲੈਣ ਵਾਲਾ ਹਮੇਸ਼ਾ ਅਸੰਤੁਸ਼ਟ ਅਤੇ ਅਪੂਰਨ ਵਿਅਕਤੀ ਹੁੰਦਾ ਹੈ ਜੋ ਕਿਸੇ ਪੂਰਨਤਾਈ ਨੂੰ ਭਾਲਦਾ ਹੈ। ਪਰ ਪਰਮਾਤਮਾ ਪੂਰਨ ਹੈ, ਇਸ ਲਈ ਉਹ ਕਦੀ ਦੁਖੀ ਜਾਂ ਅਸੰਤੁਸ਼ਟ ਨਹੀਂ ਹੋ ਸਕਦਾ। ਪਰਮਾਤਮਾ ਸ੍ਰਿਸ਼ਟੀ ਨੂੰ ਹਰਕਤ ਵਿੱਚ ਲਿਆਉਣ ਦਾ ਕਾਰਨ ਹੈ, ਪਰ ਆਪ ਬੇਹਰਕਤ ਅਤੇ ਸਥਿਰ ਹੈ। ਹੋਰ ਹਰ ਸ਼ੈ ਪਹਿਲਾਂ ਆਪ ਹਰਕਤ ਵਿੱਚ ਹੋਣ ਕਰਕੇ ਦੂਜੀਆਂ ਚੀਜ਼ਾਂ ਨੂੰ ਹਰਕਤ ਵਿੱਚ ਲਿਆਉਂਦੀ ਹੈ, ਪਰ ਪਰਮਾਤਮਾ ਆਪ ਹਰਕਤ ਵਿੱਚ ਆਉਣ ਤੋਂ ਬਿਨਾਂ ਦੂਜੀਆਂ ਚੀਜ਼ਾਂ ਵਿੱਚ ਹਰਕਤ ਪੈਦਾ ਕਰਦਾ ਹੈ। ਹਰ ਇੱਕ ਚੀਜ਼ ਕਿਸੇ ਦੂਜੀ ਕਿਰਿਆ ਤੋਂ ਉਤਪੰਨ ਹੁੰਦੀ ਹੈ, ਪਰ ਪਰਮਾਤਮਾ ਕਿਸੇ ਹੋਰ ਕਿਰਿਆ ਤੋਂ ਉਤਪੰਨ ਨਹੀਂ ਹੋਇਆ। ਉਹ ਸਭ ਕਿਰਿਆਵਾਂ ਦਾ ਸੋਮਾ ਹੈ। ਪਰਮਾਤਮਾ ਨੂੰ ਸ੍ਰਿਸ਼ਟੀ ਵਿੱਚ ਕੋਈ ਦਿਲਚਸਪੀ ਨਹੀਂ, ਬਲਕਿ ਸ੍ਰਿਸ਼ਟੀ ਨੂੰ ਪਰਮਾਤਮਾ ਵਿੱਚ ਦਿਲਚਸਪੀ ਹੈ। ਕਿਸੇ ਚੀਜ਼ ਵਿੱਚ ਦਿਲਚਸਪੀ ਲੈਣ ਤੋਂ ਭਾਵ ਹੈ ਮਨ ਵਿੱਚ ਜਜ਼ਬੇ ਪੈਦਾ ਹੋਣੇ ਤੇ ਜਜ਼ਬਿਆਂ ਦੇ ਅਧੀਨ ਆਪਣੇ ਮਨ ਵਿੱਚ ਪਰਿਵਰਤਨ ਲਿਆਉਣੇ। ਦੂਜੇ ਸ਼ਬਦਾਂ ਵਿੱਚ ਅਧੂਰਾ ਜਾਂ ਪੂਰਨ ਹੋਣਾ। ਪਰ ਪਰਮਾਤਮਾ ਪੂਰਨ ਅਤੇ ਸਥਿਰ ਹੈ ਤੇ ਬਦਲਦਾ ਨਹੀਂ। ਉਹ ਸੁੰਦਰ ਇਸਤਰੀ ਦੀ ਨਿਆਈ ਹੈ ਜੋ ਆਪਣੇ ਖਿਆਲਾਂ ਵਿੱਚ ਮਸਤ ਮੂੰਹ ਨੀਵਾਂ ਪਾਈ ਤੁਰੀ ਜਾ ਰਹੀ ਹੋਵੇ। ਉਹਨੂੰ ਵੇਖ ਕੇ ਉਹਦੇ ਦਰਸ਼ਕਾਂ ਦੇ ਮਨ ਵਿੱਚ ਹਰਕਤ ਵਿੱਚ ਆਉਂਦੇ ਹਨ ਤੇ ਉਹਨਾਂ ਦੇ ਵਿੱਚ ਪਿਆਰ ਦੇ ਜਜ਼ਬੇ ਉੱਠਦੇ ਹਨ। ਪਰ ਉਸ ਇਸਤਰੀ ਦੇ ਮਨ 'ਤੇ ਕੋਈ ਅਸਰ ਨਹੀਂ ਹੋ ਰਿਹਾ ਹੁੰਦਾ, ਕਿਉਂਕਿ ਉਹ ਆਪਣੇ ਖਿਆਲਾਂ ਵਿੱਚ ਡੁੱਬੀ ਕਿਸੇ ਵੱਲ ਨਹੀਂ ਵੇਖ ਰਹੀ ਹੁੰਦੀ। ਪਰਮਾਤਮਾ ਦੀ ਸੁੰਦਰਤਾ ਵੀ ਇਸ ਇਸਤਰੀ ਦੀ ਸੁੰਦਰਤਾ ਦੀ ਨਿਆਈ ਹੈ। ਰਾਜ ਪ੍ਰਬੰਧ ਦੇ ਬਾਰੇ ਉਹਦਾ ਵਿਚਾਰ ਹੈ ਕਿ ਲੋਕ ਰਾਜ ਸਭ ਤੋਂ ਵਧੀਆ ਪ੍ਰਬੰਧ ਹੈ। ਇਸ ਵਿੱਚ ਹਰ ਮਨੁੱਖ ਨੂੰ, ਭਾਵੇਂ ਉਹ ਅਮੀਰ ਹੋਵੇ ਜਾਂ ਗਰੀਬ, ਆਪਣੀ ਯੋਗਤਾ ਤੇ ਮਰਜ਼ੀ ਅਨੁਸਾਰ ਆਪਣਾ ਜੀਵਨ ਢਾਲਣ ਦਾ ਅਵਸਰ ਮਿਲਦਾ ਹੈ। ਉਸਦਾ ਗੁਰੂ ਪਲੈਟੋ ਸਾਂਝੀ ਜਾਇਦਾਦ, ਸਾਂਝੀ ਔਲਾਦ ਅਤੇ ਸਾਂਝੀਆਂ ਇਸਤਰੀਆਂ ਦੇ ਹੱਕ ਵਿੱਚ ਸੀ। ਪਰ ਅਰਿਸਟੋਟਲ ਇਹਨਾਂ ਵਿਚਾਰਾਂ ਨੂੰ ਠੀਕ ਨਹੀਂ ਸਮਝਦਾ, ਕਿਉਂਕਿ ਇਹ ਝਗੜਿਆਂ ਅਤੇ ਗਲਤਫਹਿਮੀਆਂ ਦਾ ਕਾਰਨ ਬਣਦੇ ਹਨ। ਸਾਂਝੀ ਮਲਕੀਅਤ ਤੋਂ ਬਗੈਰ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਹੁੰਦੀ ਹੈ। ਸਾਂਝੀ ਮਲਕੀਅਤ ਦਾ ਭਾਵ ਹੈ ਕਿਸੇ ਇੱਕ ਦੀ ਮਲਕੀਅਤ ਨਾ ਹੋਣੀ। ਕਿਸੇ ਇੱਕ ਦੀ ਮਲਕੀਅਤ ਨਾ ਹੋਣ ਦਾ ਭਾਵ ਹੈ ਕਿਸੇ ਦੀ ਵੀ ਜ਼ਿੰਮੇਵਾਰੀ ਨਾ ਹੋਣੀ। ਸਾਂਝੀਵਾਲਤਾ ਵਿੱਚ ਹਰ ਮਨੁੱਖ ਆਪਣੇ ਕਰਤੱਵਾਂ ਤੋਂ ਭੱਜਦਾ ਹੈ। ਇਸ ਲਈ ਸਾਂਝੀਵਾਲਤਾ ਦੇ ਉਲਟ ਅਰਿਸਟੋਟਲ ਹਰ ਇੱਕ ਜੀਵ ਨੂੰ ਆਪਣੀ ਨਿੱਜੀ ਜਾਇਦਾਦ ਰੱਖਣ ਦਾ ਹੱਕ ਦਿੰਦਾ ਹੈ। ਨਾਲ ਹੀ ਉਹ ਇਹ ਵੀ ਕਹਿੰਦਾ ਹੈ ਕਿ ਹਰ ਮਨੁੱਖ ਨੂੰ ਆਪਣਾ ਚਰਿੱਤਰ ਇਸ ਤਰ੍ਹਾਂ ਢਾਲਣਾ ਚਾਹੀਦਾ ਹੈ ਕਿ ਉਹ ਆਪਣੀ ਅਕਲ ਤੇ ਦੌਲਤ ਨੂੰ ਲੋਕ ਭਲਾਈ ਦੇ ਕੰਮਾਂ ਵਿੱਚ ਲਾਏ। ਕਾਨੂੰਨ ਇਸ ਤਰ੍ਹਾਂ ਦੇ ਘੜਨੇ ਚਾਹੀਦੇ ਹਨ ਕਿ ਉਹ ਹਰ ਮਨੁੱਖ ਵਿੱਚ ਇੱਕ ਦੂਜੇ ਨੂੰ ਸਹਿਯੋਗ ਦੇਣ ਦੀ ਭਾਵਨਾ ਪੈਦਾ ਕਰਨ। ਦੇਸ਼ ਦੇ ਹਰ ਇੱਕ ਵਾਸੀ ਨੂੰ ਦੇਸ਼ ਦੇ ਪ੍ਰਬੰਧ ਚਲਾਉਣ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਣਾ ਚਾਹੀਦਾ ਹੈ। ਪਰ ਇਸ ਗੱਲ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ, ਬਜ਼ੁਰਗ ਜਵਾਨਾਂ ਨਾਲੋਂ ਰਾਜ ਪ੍ਰਬੰਧ ਚਲਾਉਣ ਦੇ ਜ਼ਿਆਦਾ ਯੋਗ ਹੁੰਦੇ ਹਨ ਤੇ ਜਵਾਨ ਹੁਕਮ ਮੰਨਣ ਦੇ। ਜਵਾਨਾਂ ਦੀ ਸਿੱਖਿਆ ਦਾ ਖਾਸ ਪ੍ਰਬੰਧ ਕਰਨਾ ਚਾਹੀਦਾ ਹੈ। ਇਹ ਸਿੱਖਿਆ ਆਦਰਸ਼ਕ ਵੀ ਤੇ ਅਮਲੀ ਵੀ ਹੋਣੀ ਚਾਹੀਦੀ ਹੈ। ਇਹ ਨਾ ਕੇਵਲ ਜਵਾਨਾਂ ਨੂੰ ਉਪਜੀਵਕਾ ਕਮਾਉਣ ਦੇ ਯੋਗ ਬਣਾਵੇ, ਬਲਕਿ ਉਹਨਾਂ ਨੂੰ ਆਪਣੀ ਆਮਦਨ ਅਨੁਸਾਰ ਗੁਜ਼ਾਰਾ ਕਰਨਾ ਵੀ ਸਿਖਾਵੇ। ਇਸ ਤਰੀਕੇ ਨਾਲ ਰਾਜ ਦੇ ਸਭ ਵਿਅਕਤੀ ਸੂਝਵਾਨ, ਖੁਸ਼ਹਾਲ, ਸਹਿਯੋਗੀ ਅਤੇ ਸੰਤੁਸ਼ਟ ਬਣਨਗੇ। ਰਾਜ ਪ੍ਰਬੰਧਕਾਂ ਦਾ ਮੁੱਖ ਨਿਸ਼ਾਨਾ ਪ੍ਰਜਾ ਨੂੰ ਸੰਤੁਸ਼ਟ ਕਰਨਾ ਹੋਣਾ ਚਾਹੀਦਾ ਹੈ ਤੇ ਸੰਤੁਸ਼ਟਤਾ ਨਿਆਂ ਤੋਂ ਪੈਦਾ ਹੁੰਦੀ ਹੈ। ਸੰਤੁਸ਼ਟਤਾ ਹੋਣ ਨਾਲ ਦੇਸ਼ ਕ੍ਰਾਂਤੀਆਂ ਤੋਂ ਬਚ ਜਾਂਦਾ ਹੈ। ਇਹਦੇ ਉਲਟ ਇੱਕ ਪੁਰਖੀ ਰਾਜ ਵਿੱਚ ਲੋਕਾਂ ਦੇ ਮਨ ਵਿੱਚ ਭੜਾਸ ਨਹੀਂ ਨਿਕਲਦੀ ਤੇ ਅੰਤ ਵਿੱਚ ਉਹ ਜਵਾਲਾਮੁਖੀ ਵਾਂਗ ਕ੍ਰਾਂਤੀ ਦੇ ਰੂਪ ਵਿੱਚ ਫਟ ਉੱਠਦਾ ਹੈ। ਲੋਕ ਰਾਜ ਵਿੱਚ ਕ੍ਰਾਂਤੀ ਦਾ ਬਹੁਤ ਘੱਟ ਮੌਕਾ ਹੁੰਦਾ ਹੈ। ਮਨੁੱਖ ਬਾਰੇ ਉਹਦੇ ਵਿਚਾਰ ਸਨ ਕਿ ਉਹ ਕੇਵਲ ਇਸ ਮਨਸ਼ੇ ਲਈ ਜਨਮ ਲੈਂਦਾ ਹੈ ਕਿ ਉਹ ਖੁਸ਼ੀ ਪ੍ਰਾਪਤ ਕਰੇ। ਪਰ ਖੁਸ਼ੀ ਕੀ ਹੈ? ਉਸ ਦੇ ਵਿਚਾਰ ਵਿੱਚ ਮਨ ਦੀ ਉਸ ਹਾਲਤ ਨੂੰ ਜੋ ਨੇਕੀ ਕਰਨ ਤੋਂ ਪੈਦਾ ਹੁੰਦੀ ਹੈ ਖੁਸ਼ੀ ਕਹਿੰਦੇ ਹਨ। ਖੁਸ਼ੀ ਪ੍ਰਾਪਤ ਕਰਨ ਲਈ ਕੇਵਲ ਚੰਗੇ ਹੋਣਾ ਹੀ ਕਾਫੀ ਨਹੀਂ। ਖੁਸ਼ੀ ਲਈ ਚੰਗੇ ਘਰਾਣੇ ਵਿੱਚ ਜਨਮ, ਸੁੰਦਰ ਸ਼ਕਲ ਸੂਰਤ, ਚੰਗੀ ਕਿਸਮਤ, ਚੰਗੀ ਸੰਗਤ, ਲੰਮੀ ਤੇ ਸਿਹਤਮੰਦ ਆਯੂ ਜ਼ਰੂਰੀ ਹਨ। ਪਰ ਇੱਕ ਉੱਤਮ ਪੁਰਖ ਘੱਟ ਉਮਰ ਅਤੇ ਦੁਰਭਾਗਾਂ ਦੇ ਬਾਵਜੂਦ ਵੀ ਖੁਸ਼ੀ ਪ੍ਰਾਪਤ ਕਰ ਸਕਦਾ ਹੈ। ਉਹ ਸਾਧਨਾ ਦੁਆਰਾ ਦੁੱਖ ਸੁੱਖ ਤੋਂ ਉੱਪਰ ਉੱਠ ਸਕਦਾ ਹੈ। ਦੂਜੇ ਸ਼ਬਦਾਂ ਵਿੱਚ ਉਹ ਖੁਸ਼ੀ ਨੂੰ ਤਿਆਗ ਕੇ ਖੁਸ਼ੀ ਪ੍ਰਾਪਤ ਕਰ ਸਕਦਾ ਹੈ। ਇਸ ਤੋਂ ਇਲਾਵਾ ਉਹ ਮਨੁੱਖ ਜੋ ਨੇਕੀ ਕਰਦਾ ਹੈ ਕਦੀ ਦੁਖੀ ਨਹੀਂ ਕਿਹਾ ਜਾ ਸਕਦਾ, ਕਿਉਂਕਿ ਉਹ ਕੋਈ ਐਸਾ ਕੰਮ ਨਹੀਂ ਕਰੇਗਾ ਜੋ ਨੀਚ ਜਾਂ ਹਾਨੀਕਾਰਕ ਹੋਵੇ। ਪਰ ਉਹੀ ਮਨੁੱਖ ਪੂਰਨ ਤੌਰ 'ਤੇ ਖੁਸ਼ ਰਹਿ ਸਕਦਾ ਹੈ
ਜਿਸ ਦੀ ਉਮਰ ਭਰ ਸਿਹਤ ਚੰਗੀ ਰਹੇ ਤੇ ਜਿਸ ਦੇ ਮਿੱਤਰ ਚੰਗੇ ਹੋਣ। ਅਰਿਸਤੂ ਦਾ ਨੇਕੀ ਤੋਂ ਭਾਵ ਸੀ ਵਿਚਕਾਰਲਾ ਰਾਹ। ਖੁਸ਼ ਜਾਂ ਨੇਕ ਮਨੁੱਖ ਉਹ ਹੈ ਜੋ ਕਿਸੇ ਵੀ ਚੀਜ਼ ਦੀ ਅੱਤ ਨਾ ਕਰੇ, ਸੰਤੁਲਿਤ ਜੀਵਨ ਬਿਤਾਏ, ਨਾ ਹੀ ਫਜ਼ੂਲ ਖਰਚ ਹੋਏ ਤੇ ਨਾ ਹੀ ਕੰਜੂਸ ਬਲਕਿ ਸੰਜਮੀ ਹੋਵੇ। ਉਹ ਨਾ ਹੀ ਮੂਰਖਾਂ ਵਾਂਗ ਖਤਰਾ ਖਾਹ ਮੁੱਲ ਲਵੇ ਤੇ ਨਾ ਹੀ ਕਾਇਰਾਂ ਵਾਂਗ ਜਾਨ ਬਚਾਉਣ ਲਈ ਨੱਸੇ, ਬਲਕਿ ਸੂਝਵਾਨ ਬਹਾਦਰਾਂ ਵਾਂਗ ਔਕੜਾਂ ਦਾ ਟਾਕਰਾ ਕਰੇ। ਖਾਣ ਪੀਣ ਵਿੱਚ ਨਾ ਹੀ ਪੇਟੂ ਹੋਏ ਤੇ ਨਾ ਹੀ ਹਰ ਰੋਜ਼ ਵਰਤ ਰੱਖੇ, ਬਲਕਿ ਇਤਨਾ ਕੁ ਖਾਏ ਕਿ ਜਿਸ ਨਾਲ ਸਰੀਰ ਤੰਦਰੁਸਤ ਰਹੇ। ਸੰਖੇਪ ਸ਼ਬਦਾਂ ਵਿੱਚ ਸੂਝ ਸਿਆਣਪ ਵਾਲਾ ਤੇ ਨੇਕ ਬੰਦਾ ਉਹ ਹੈ ਜੋ ਵਿਚਕਾਰਲਾ ਰਾਹ ਅਪਣਾਏ। ਅਖੀਰ ਵਿੱਚ ਅਰਿਸਤੂ ਉਹ ਆਦਰਸ਼ ਮਨੁੱਖ ਦੇ ਲੱਛਣ ਦੱਸਦਾ ਹੈ ਜੋ ਖੁਸ਼ੀ ਪ੍ਰਾਪਤ ਕਰਨ ਦਾ ਅਸਲੀ ਸ਼ਬਦਾਂ ਵਿੱਚ ਹੱਕਦਾਰ ਹੋਵੇ। ਉਹ ਲਿਖਦਾ ਹੈ ਕਿ ਆਦਰਸ਼ਕ ਮਨੁੱਖ ਉਹ ਹੈ ਜੋ ਖਤਰੇ ਨੂੰ ਜਾਣ ਬੁੱਝ ਕੇ ਮੁੱਲ ਨਾ ਲਵੇ, ਪਰ ਲੋੜ ਪੈਣ 'ਤੇ ਆਪਣਾ ਆਪ ਵਾਰ ਸਕੇ। ਉਹ ਦੂਜਿਆਂ 'ਤੇ ਮਿਹਰਬਾਨੀ ਕਰਨ ਵਿੱਚ ਫਖਰ ਸਮਝੇ, ਪਰ ਆਪ ਦੂਜਿਆਂ ਕੋਲੋਂ ਕੁਝ ਲੈਂਦਿਆਂ ਸ਼ਰਮਸਾਰ ਹੋਵੇ, ਕਿਉਂਕਿ ਦੂਜਿਆਂ ਨੂੰ ਦੇਣਾ ਵੱਡਾਪਨ ਦੀ ਅਤੇ ਕਿਸੇ ਕੋਲੋਂ ਕੁਝ ਲੈਣਾ ਘਟੀਆਪਨ ਦੀ ਨਿਸ਼ਾਨੀ ਹੈ। ਉਹਦਾ ਵਿਚਾਰ ਸੀ ਕਿ ਦੂਜਿਆਂ ਦਾ ਭਲਾ ਕਰਨਾ ਆਪਾਂ ਵਾਰਨਾ ਨਹੀਂ ਬਲਕਿ ਸਵੈ ਰੱਖਿਆ ਹੈ, ਕਿਉਂਕਿ ਮਨੁੱਖ ਕੇਵਲ ਇੱਕ ਅਲੱਗ-ਅਲੱਗ ਇਕਾਂਤਵਾਸੀ ਵਿਅਕਤੀ ਨਹੀਂ ਬਲਕਿ ਸਮਾਜ ਦਾ ਇੱਕ ਅਟੁੱਟ ਅੰਗ ਹੈ। ਇਸ ਤੋਂ ਇਲਾਵਾ ਹਰ ਨੇਕ ਕੰਮ ਲਾਭਦਾਇਕ ਸੌਦਾ ਹੈ, ਕਿਉਂਕਿ ਕੋਈ ਇਤਨਾ ਕ੍ਰਿਤਕਨ ਨਹੀਂ ਹੁੰਦਾ ਕਿ ਕਿਸੇ ਦਾ ਕੀਤਾ ਸਮੂਦ ਸੇਤ ਨਾ ਮੋੜੇ। ਸੋ ਇੱਕ ਆਦਰਸ਼ਕ ਆਦਮੀ ਦੀ ਵੱਡੀ ਨਿਸ਼ਾਨੀ ਹੈ ਕਿ ਉਹ ਹਮੇਸ਼ਾ ਪਰਉਪਕਾਰ ਕਰਦਾ ਹੈ। ਉਹ ਕਿਸੇ ਨੂੰ ਕੀ ਵੈਰੀ ਨੂੰ ਵੀ ਬੁਰਾ ਭਲਾ ਨਹੀਂ ਕਹਿੰਦਾ। ਉਹ ਮਨ ਵਿੱਚ ਕਿਸੇ ਦਾ ਪ੍ਰਤੀ ਕੀਨਾ ਨਹੀਂ ਰੱਖਦਾ ਅਤੇ ਕਿਸ ਦੀ ਆਪਣੇ ਵਿਰੁੱਧ ਕੀਤੀ ਬੁਰਾਈ ਨੂੰ ਯਾਦ ਨਹੀਂ ਰੱਖਦਾ। ਉਹ ਹਰ ਇੱਕ ਦਾ ਮਿੱਤਰ ਹੁੰਦਾ ਹੈ, ਕਿਉਂਕਿ ਪਹਿਲਾਂ ਉਹ ਆਪਣੇ ਆਪ ਦਾ ਸਭ ਤੋਂ ਵੱਡਾ ਮਿੱਤਰ ਹੁੰਦਾ ਹੈ। ਅਸਲ ਵਿੱਚ ਇਹ ਸਭ ਗੁਣ ਅਰਿਸਟੋਟਲ ਵਿੱਚ ਆਪ ਸਨ। ਉਹ ਨੇਕ, ਸੰਜੀਦਾ ਸੁਭਾਅ ਅਤੇ ਸੂਝਵਾਨ ਸੀ, ਪਰ ਉਹ ਸਮਾਂ ਕੁਝ ਐਸਾ ਸੀ ਕਿ ਕੋਈ ਵੀ ਉਸਦੇ ਉੱਤਮ ਵਿਚਾਰਾਂ ਨੂੰ ਅਪਣਾਉਣ ਲਈ ਤਿਆਰ ਹੀ ਨਹੀਂ ਸੀ। ਐਥਨਜ਼ ਦੇ ਲੋਕਾਂ ਨੇ ਉਸ 'ਤੇ ਮਕਦੂਨੀਆ ਦਾ ਜਾਸੂਸ ਹੋਣ ਦਾ ਦੋਸ਼ ਲਾਇਆ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਉਹ ਮਕਦੂਨੀਆ ਦੇ ਬਾਦਸ਼ਾਹ ਸਿਕੰਦਰ ਆਜ਼ਮ ਦਾ ਗੁਰੂ ਸੀ। ਉੱਧਰ ਸਿਕੰਦਰ ਵੀ ਉਹਦੇ ਨਾਲ ਵੈਰ ਕਰਨ ਲੱਗ ਪਿਆ ਸੀ, ਕਿਉਂਕਿ ਅਰਿਸਟੋਟਲ ਦੇ ਵਿਚਾਰ ਸਿਕੰਦਰ ਦੇ ਅਮਲੀ ਜੀਵਨ ਵਿੱਚ ਰੁਕਾਵਟ ਪਾਉਂਦੇ ਸਨ। ਮਾਰ ਤਾੜ ਅਤੇ ਲੁੱਟ ਖਸੁੱਟ ਦੇ ਜ਼ਮਾਨੇ ਵਿੱਚ ਸਹਿਜ ਅਤੇ ਸ਼ਾਂਤੀ ਦਾ ਪ੍ਰਚਾਰ ਕਰਨਾ ਜਾਨ ਜੋਖਾਂ ਵਿੱਚ ਪਾਉਣ ਦੇ ਬਰਾਬਰ ਹੈ। ਸਿਕੰਦਰ ਪਹਿਲਾਂ ਹੀ ਅਰਿਸਟੋਟਲ ਦੇ ਭਤੀਜੇ ਨੂੰ ਸ਼ਾਂਤੀ ਦਾ ਪ੍ਰਚਾਰ ਕਰਨ ਕਰਕੇ ਮਰਵਾ ਚੁੱਕਾ ਸੀ। ਅਰਿਸਟੋਟਲ ਵੀ ਸਿਕੰਦਰ ਨੂੰ ਸਮਝਾਉਂਦਾ ਸੀ ਕਿ ਦੁਨੀਆ ਨੂੰ ਜਿੱਤਣ ਨਾਲੋਂ ਮਨ ਨੂੰ ਜਿੱਤਣਾ ਵੱਡੀ ਕਰਾਮਾਤ ਹੈ। ਜਿੱਤ ਦਾ ਇਹ ਖੇਤਰ ਸਿਕੰਦਰ ਨੂੰ ਪਸੰਦ ਨਹੀਂ ਸੀ, ਇਸ ਲਈ ਕੈਲਿਸਥੀਨਜ਼ ਵਾਂਗ ਉਹ ਆਪਣੇ ਰਾਹ ਵਿੱਚੋਂ ਅਰਿਸਟੋਟਲ ਦਾ ਕੰਡਾ ਕੱਢਣਾ ਚਾਹੁੰਦਾ ਸੀ। ਪਰ ਸਿਕੰਦਰ ਦੀ ਅਚਾਨਕ ਮੌਤ ਨਾਲ ਇਹ ਖਤਰਾ ਤਾਂ ਟਲ ਗਿਆ, ਪਰ ਦੂਜਾ ਖਤਰਾ ਹਾਲੀ ਵੀ ਮੌਜੂਦ ਸੀ। ਉਹਨੂੰ ਇਹ ਵੀ ਚੰਗੀ ਤਰ੍ਹਾਂ ਪਤਾ ਸੀ ਕਿ ਐਥਨਜ਼ ਵਾਲਿਆਂ ਨੇ ਸੁਕਰਾਤ ਨਾਲ ਕੀ ਸਲੂਕ ਕੀਤਾ ਸੀ, ਇਸ ਲਈ ਉਹ ਮੁਸੀਬਤ ਸਿਰ 'ਤੇ ਪੈਣ ਤੋਂ ਪਹਿਲਾਂ ਹੀ ਐਥਨਜ਼ ਨੂੰ ਛੱਡ ਕੇ ਚਲਾ ਗਿਆ। ਉਹਨੇ ਕਿਹਾ, ਮੈਂ ਐਥਨਜ਼ ਵਾਲਿਆਂ ਨੂੰ ਫਿਲਾਸਫੀ ਦੇ ਵਿਰੁੱਧ ਪਾਪ ਕਰਨ ਦਾ ਦੂਜੀ ਵਾਰ ਮੌਕਾ ਨਹੀਂ ਦੇਣਾ ਚਾਹੁੰਦਾ। ਪਰ ਐਥਨਜ਼ ਨੂੰ ਛੱਡਣ ਤੋਂ 1 ਸਾਲ ਪਿੱਛੋਂ ਹੀ ਮੌਤ ਨੇ ਉਸ ਨੂੰ ਆ ਘੇਰਿਆ। ਮੌਤ ਤੋਂ ਪਹਿਲਾਂ ਉਹ ਹਰ ਇੱਕ ਹੋਰ ਮਹਾਨ ਕੰਮ ਕਰ ਗਿਆ। ਉਹਨੇ ਵਸੀਅਤ ਕੀਤੀ, ਜਿਸ ਅਨੁਸਾਰ ਉਸਨੇ ਆਪਣੇ ਸਭ ਗੁਲਾਮਾਂ ਨੂੰ ਆਜ਼ਾਦ ਕਰ ਦਿੱਤਾ। ਮਨੁੱਖੀ ਇਤਿਹਾਸ ਵਿੱਚ ਗੁਲਾਮਾਂ ਦੀ ਆਜ਼ਾਦੀ ਦਾ ਇਹ ਪਹਿਲਾ ਐਲਾਨ ਸੀ। ਸ਼ੁਭ ਇਛਾਵਾਂ। ਅਰਿਸਟੋਟਲ ਵੱਲੋਂ ਸੁਝਾਈਆਂ ਗਈਆਂ ਕੁਝ ਜੀਵਨ ਸੱਚਾਈਆਂ। ਸਿੱਖਿਆ ਬਾਰੇ ਗੱਲ ਕਰਦਿਆਂ ਉਹ ਕਹਿੰਦਾ ਹੈ, ਸਿੱਖਿਆ ਦੀਆਂ ਜੜ੍ਹਾਂ ਭਾਵੇਂ ਕੌੜੀਆਂ ਲੱਗਣ, ਪਰ ਫਲ ਹਮੇਸ਼ਾ ਮਿੱਠਾ ਤੇ ਸੁਆਦੀ ਹੁੰਦਾ ਹੈ। ਕੇਵਲ ਦਿਮਾਗੀ ਤੌਰ 'ਤੇ ਸਿੱਖਿਅਤ ਹੋਣਾ ਕੋਈ ਸਿੱਖਿਆ ਨਹੀਂ, ਜਿੰਨੀ ਦੇਰ ਮਨ ਨੂੰ ਸਿੱਖਿਅਤ ਨਾ ਕੀਤਾ ਜਾਵੇ। ਵਿਚਾਰਵਾਨ ਅਤੇ ਸਿੱਖਿਅਤ ਹੋਣ ਦੀ ਖੁਸ਼ੀ ਸਾਨੂੰ ਹੋਰ ਸਿੱਖਣ ਅਤੇ ਵਿਚਾਰਵਾਨ ਹੋਣ ਲਈ ਪ੍ਰੇਰਿਤ ਕਰਦੀ ਹੈ। ਕਿਸੇ ਕੰਮ ਨੂੰ ਤੋੜ ਤੱਕ ਨਿਭਾਉਣਾ ਤੁਹਾਡੇ ਚਰਿੱਤਰ ਵਿੱਚ ਹੁੰਦਾ ਹੈ। ਇਹ ਕੰਮ ਨਹੀਂ ਬਲਕਿ ਆਦਤ ਹੁੰਦੀ ਹੈ। ਅਸੀਂ ਜੋ ਕੰਮ ਲਗਾਤਾਰ ਕਰਦੇ ਹਾਂ ਉਹ ਸਾਡਾ ਸੁਭਾਅ ਬਣ ਜਾਂਦਾ ਹੈ। ਇੱਕ ਸਿਆਣੇ ਆਦਮੀ ਦਾ ਮਨਸ਼ਾ ਖੁਸ਼ੀ ਪ੍ਰਾਪਤ ਕਰਨਾ ਨਹੀਂ ਬਲਕਿ ਪੀੜ ਤੋਂ ਬਚਣਾ ਵੀ ਹੁੰਦਾ ਹੈ। ਜ਼ਿੰਦਗੀ ਦੇ 6 ਤੱਥ। ਪ੍ਰਾਰਥਨਾ ਤੋਂ ਪਹਿਲਾਂ ਯਕੀਨ ਕਰੋ, ਬੋਲਣ ਤੋਂ ਪਹਿਲਾਂ ਸੁਣੋ, ਖਰਚ ਕਰਨ ਤੋਂ ਪਹਿਲਾਂ ਕਮਾਈ ਕਰੋ, ਲਿਖਣ ਤੋਂ ਪਹਿਲਾਂ ਸੋਚੋ, ਹਿੰਮਤ ਛੱਡਣ ਤੋਂ ਪਹਿਲਾਂ ਕੋਸ਼ਿਸ਼ ਕਰੋ, ਮਰਨ ਤੋਂ ਪਹਿਲਾਂ ਜੀ ਲਓ। ਜੇ ਤੁਸੀਂ ਨੁਕਤਾਚੀਨੀ ਤੋਂ ਬਚਣਾ ਹੈ ਤਾਂ ਅਰਿਸਟੋਟਲ ਕਹਿੰਦਾ ਹੈ, ਨਾ ਕੁਝ ਕਰੋ, ਨਾ ਕੁਝ ਬੋਲੋ ਤੇ ਨਾ ਕੁਝ ਬਣੋ। ਬੱਚਿਆਂ ਨੂੰ ਸਿੱਖਿਅਤ ਕਰਨ ਵਾਲਿਆਂ ਨੂੰ ਸਭ ਮਾਨਤ ਕਰਨਾ ਚਾਹੀਦਾ ਹੈ, ਕਿਉਂਕਿ ਉਹਨਾਂ ਨੂੰ ਜੀਵਨ ਜੀਣ ਦੀ ਕਲਾ ਸਿਖਾਉਂਦੇ ਹਨ। ਚੰਗਾ ਮਾੜਾ ਸਾਡੇ ਅੰਦਰ ਹੈ, ਕਿਉਂਕਿ ਸਾਡੇ ਅੰਦਰ ਹੀ ਤਾਂ ਤਾਕਤ ਹੈ ਜੋ ਸਾਨੂੰ ਕੁਝ ਚੰਗਾ ਕਰਨ ਲਈ ਅਤੇ ਜੋ ਕੁਝ ਮਾੜਾ ਨਾ ਕਰਨ ਦੀ ਸਮਰੱਥਾ ਬਖਸ਼ਦੀ ਹੈ। ਦਿਨ ਚੜ੍ਹਨ ਤੋਂ ਪਹਿਲਾਂ ਜਾਗ ਜਾਓ, ਕਿਉਂਕਿ ਇਹੀ ਆਦਤਾਂ ਸਾਡੀ ਸਿਹਤ,
ਧਨ ਅਤੇ ਸਿਆਣਪ ਨੂੰ ਪ੍ਰਭਾਵਿਤ ਕਰਦੀਆਂ ਹਨ। ਰੱਬ ਰਾਖਾ, ਹਰਜੀਤ ਬਮਰਾ।